एक साल मूँह 'ਚ चूहे पा के बैठे रहे, हत्थां 'ਚ खोपड़ियां फड़ के बैठे रहे, उन्होंने नहीं सुनिया। आही सरकार सी। ये मोदी सरकार कल्ली जालिम नहीं आ, ये निर्दयी आ। इन्होंने आपदे कोई इन्हां कोले कोई असूल नहीं है। जो किसी नेता कोले यही हुंदा ना भी उन्हां दे कुछ थोड़े बहुत असूल होण, किरदार होण, वो भी नहीं इत्थे ढुकदे। ਜਦੋਂ ਯੂਥ ਉੱਥੋਂ ਪਾਸੇ ਹੋ ਗਿਆ 26 ਜਨਵਰੀ ਤੋਂ ਬਾਅਦ, ਇਹ ਸੱਚ ਨੂੰ ਤਾਂ ਆਪਾਂ ਸਮਝੀਏ। ਸੋ ਉਹਦਾ ਜਿਹੜਾ ਵੇਗ ਆ ਸੰਘਰਸ਼ ਦਾ, ਉਹ ਥੋੜ੍ਹਾ ਜਿਹਾ ਜਾਂ ਸਾਡਾ ਜਿਹੜਾ ਦਬਾਅ ਸਰਕਾਰ 'ਤੇ ਉਹ ਘਟਿਆ। ਪੰਜਾਬ ਛੱਡ ਦਿਓ, ਮੈਂ ਕਹਿੰਦਾ ਹਰਿਆਣਾ ਕਿਸੇ ਕਿਸਾਨ ਨੂੰ ਕਿਤੇ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਚੱਕ ਲਓ, ਉਹੀ ਖੁਦਕੁਸ਼ੀਆਂ ਤੇ ਕਰਜ਼ੇ ਪਏ ਹੋਣਗੇ। ਸੋ ਸੰਸਦ 'ਚ ਉਹ ਤਾਂ ਆਪਦੀ ਪੋਲੀਟਿਕਸ ਵੀ ਵੇਖੋ ਜੀ। ਆਹ ਕਾਂਗਰਸ ਨੇ ਵਿਰੋਧ ਕਰਤਾ, ਇੱਧਰੋਂ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ, ਇੱਧਰੋਂ ਅਕਾਲੀਆਂ ਨੇ ਕਰਤਾ। ਇਹ ਤਾਂ ਇਹਨਾਂ ਦਾ ਇਹੀ ਨਾਟਕ ਚੱਲਦਾ ਰਿਹਾ। ਲਿਟਰਲੀ ਪੰਜਾਬੀਆਂ ਵਾਂਗੂ ਦਰਵਾਜ਼ੇ ਨੂੰ ਮਤਲਬ ਐ ਪਟਕ ਕੇ ਤੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਫਿਰੋਜ਼ਪੁਰ ਤਾਈਂ ਘੜੀਸੂੰਗਾ। ਪ੍ਰੈਸ਼ਰ ਕਿਵੇਂ ਕ੍ਰੀਏਟ ਹੁੰਦਾ? ਪ੍ਰੈਸ਼ਰ ਹੁੰਦਾ ਵੀ ਸਾਡੇ ਲੋਕ ਸਾਡੇ ਨਾਲ ਆ, ਅਸੀਂ ਕੋਈ ਨਵੇਂ ਪ੍ਰੋਗਰਾਮ ਦਈਏ ਤੇ ਉਹ ਪ੍ਰੋਗਰਾਮ ਇੰਨੇ ਕੁ ਇਫੈਕਟਿਵ ਹੋਣ ਵੀ ਸਰਕਾਰ ਉਸ ਪ੍ਰੈਸ਼ਰ ਅਧੀਨ ਸਾਡੇ ਨਾਲ ਗੱਲਬਾਤ ਕਰਨ ਤਾਈਂ ਆ ਜੇ, ਤੇ ਗੱਲਬਾਤ ਕਰਕੇ ਉਹ ਸਾਡੇ ਹੱਕ ਤੇ ਸਾਡੇ ਹਕੂਕ ਨੂੰ ਸਮਝ ਕੇ ਕੋਈ ਹੱਲ ਦੇਵੇ ਉਸ ਗੱਲ, ਹੈ ਨਾ। ਸੋ ਹੁਣ ਜੇ ਅਸੀਂ ਸਰਕਾਰ ਦੀਆਂ ਗੱਲਾਂ ਸੁਣ ਕੇ ਵੀ ਤੁਸੀਂ ਆਈ ਕਾਰਡ ਲਾ ਕੇ ਆਓਗੇ, ਤੁਸੀਂ ਉੱਥੇ 200 ਬੰਦਿਆਂ ਨੇ ਜਾਣਾ, ਤੁਸੀਂ ਸੰਸਦ 'ਚ ਨਹੀਂ ਆ ਸਕਦੇ, ਤੁਸੀਂ ਹੁਣ ਜੰਤਰ ਮੰਤਰ ਨੂੰ ਹੋ ਜਾਓ, ਤੁਸੀਂ ਉੱਥੇ ਬੈਠੇ ਰਹੋ। ਫਿਰ ਤਾਂ ਇਹ ਕੇਰਲਾ ਵਾਲੇ ਕਿਸਾਨ, ਕੱਲ੍ਹ ਵੀ ਮੈਂ ਇੱਕ ਇੰਟਰਵਿਊ 'ਚ ਕਿਹਾ ਸੀ ਵੀ 1 ਸਾਲ ਮੂੰਹ 'ਚ ਚੂਹੇ ਪਾ ਕੇ ਬੈਠੇ ਰਹੇ, ਹੱਥਾਂ 'ਚ ਖੋਪੜੀਆਂ ਫੜ ਕੇ ਬੈਠੇ ਰਹੇ, ਉਹਨਾਂ ਨੇ ਨਹੀਂ ਸੁਣਿਆ। ਆਹੀ ਸਰਕਾਰ ਸੀ। ਇਹ ਮੋਦੀ ਸਰਕਾਰ ਕੱਲੀ ਜ਼ਾਲਿਮ ਨਹੀਂ ਆ, ਇਹ ਨਿਰਦਈ ਆ। ਇਹਨਾਂ ਨੇ ਆਪਦੇ ਕੋਈ ਇਹਨਾਂ ਕੋਲੇ ਕੋਈ ਅਸੂਲ ਨਹੀਂ ਹੈ। ਜੋ ਕਿਸੇ ਨੇਤਾ ਕੋਲੇ ਇਹੀ ਹੁੰਦਾ ਨਾ ਵੀ ਉਹਨਾਂ ਦੇ ਕੁਛ ਥੋੜ੍ਹੇ ਬਹੁਤ ਅਸੂਲ ਹੋਣ, ਕਿਰਦਾਰ ਹੋਣ, ਉਹ ਵੀ ਨਹੀਂ ਇੱਥੇ ਢੁਕਦੇ। ਸੋ ਇਹ ਬੰਦੇ ਤਾਂ ਆਪਦੀ ਜਿੱਦ ਫੜੀ ਬੈਠੇ ਆ। ਜੇ ਮੈਨੂੰ ਲੱਗਦਾ ਕੋਈ ਸੁਹਿਰਦ ਲੀਡਰ ਹੁੰਦਾ ਅੱਜ ਤੱਕ ਜਾਂ ਕੋਈ ਪ੍ਰਾਈਮ ਮਿਨਿਸਟਰ ਹੁੰਦਾ, ਉਹ ਇਸ ਗੱਲ 'ਤੇ ਆਪਦੀ ਮਿਨਿਸਟਰ ਆਫ ਕਾਉਂਸਲਸ ਨੂੰ ਬਿਠਾ ਕੇ ਉਹਨੇ ਗੱਲ ਕਰਨੀ ਸੀ ਵੀ ਬੰਦੇ ਉੱਥੇ ਮਰੀ ਜਾਂਦੇ ਆ। ਉਹਨਾਂ ਨੇ ਉੱਤੇ ਧੁੱਪਾਂ ਹੰਢਾਤੀਆਂ, ਉੱਥੇ ਮੀਂਹ ਹੰਢਾਤੇ, ਸਰਦੀ ਹੰਢਾਤੀ, ਹਨੇਰੀਆਂ ਵਾਗੀਆਂ, ਹਜੇ ਤੱਕ ਤੁਸੀਂ ਨਹੀਂ ਕਿਸੇ ਗੱਲ 'ਤੇ ਆ ਰਹੇ। ਅਤੇ ਆਪਾਂ ਉਹਨਾਂ ਨਾਲ ਗੱਲ ਤਾਂ ਕਰੀਏ। ਤੁਸੀਂ ਦੇਖੋ 26 ਜਨਵਰੀ ਤੋਂ ਬਾਅਦ ਕੋਈ ਸਾਡੇ ਨਾਲ ਗੱਲਬਾਤ ਵੀ ਨਹੀਂ ਕਰਨ ਨੂੰ ਤਿਆਰ। ਅੱਜ ਯੂਥ ਨੂੰ ਕੀ ਆਵਾਜ਼ ਦੇਣਾ ਹੈ ਜੀ ਮਾਸਟਰ ਸਾਹਿਬ? ਨਹੀਂ ਜੀ, ਮੈਂ ਯੂਥ ਬਾਰੇ ਤਾਂ ਪਹਿਲਾਂ ਹੀ ਕਿਹਾ, ਯੂਥ ਨੇ ਹੀ ਇਹ ਸੰਘਰਸ਼ ਲੜਿਆ। ਜਦੋਂ ਤੱਕ ਯੂਥ ਉੱਥੇ ਬੈਠਾ ਸੀ, ਸੰਘਰਸ਼ ਦਾ ਰੁੱਖ ਸੀ ਜਿਹੜਾ, ਉਹ ਬੜਾ, ਉਹਦਾ ਵੇਗ ਸੀ ਜਿਹੜਾ, ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਸੀ ਕਿੰਨਾ ਤਿੱਖਾ ਸੀ। ਜਦੋਂ ਯੂਥ ਉੱਥੋਂ ਪਾਸੇ ਹੋ ਗਿਆ 26 ਜਨਵਰੀ ਤੋਂ ਬਾਅਦ, ਇਹ ਸੱਚ ਨੂੰ ਤਾਂ ਆਪਾਂ ਸਮਝੀਏ। ਸੋ ਉਹਦਾ ਜਿਹੜਾ ਵੇਗ ਆ ਸੰਘਰਸ਼ ਦਾ, ਉਹ ਥੋੜ੍ਹਾ ਜਿਹਾ ਜਾਂ ਸਾਡਾ ਜਿਹੜਾ ਦਬਾਅ ਸਰਕਾਰ 'ਤੇ ਉਹ ਘਟਿਆ। ਸੋ ਸਾਨੂੰ ਮੇਰੇ ਖਿਆਲ 'ਚ ਵਾਪਸ ਸਾਡੀ ਲੀਡਰਸ਼ਿਪ ਨੂੰ, ਸਾਡੇ ਯੂਥ ਨੂੰ ਜੋੜ ਲੈਣਾ ਚਾਹੀਦਾ। ਇਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਵੀ ਤੁਹਾਡੇ ਬਿਨਾਂ ਇਹ ਮੋਰਚਾ ਨਹੀਂ ਚੱਲ ਸਕਦਾ। ਤੁਸੀਂ ਬੜੀ ਜ਼ਿੰਮੇਵਾਰੀ ਨਾਲ ਇਸ ਮੋਰਚੇ ਨੂੰ ਚਲਾਇਆ ਸੀ, ਕੋਈ ਹੁੱਲੜਬਾਜ਼ੀ ਨਹੀਂ ਕਿਸੇ ਤਰ੍ਹਾਂ ਦਾ ਉੱਥੇ ਆਪਾਂ ਇਹ ਕਹਿ ਲਈਏ ਵੀ ਕੋਈ ਇਹੋ ਜਿਹਾ ਕੋਈ ਵਰਤਾਰਾ ਵਾਪਰਿਆ ਹੋਵੇ, ਕੋਈ ਕਿਸੇ ਤਰ੍ਹਾਂ ਦੀ ਗੱਲ ਹੋਈ ਹੋਵੇ ਜਿਹਦੇ ਨਾਲ ਕਿਸੇ ਨੂੰ ਲਾਂਭਾ ਦੇ ਸਕੀਏ ਆਪਾਂ, ਉਹ ਕੋਈ ਗੱਲ ਨਹੀਂ ਵਾਪਰੀ। ਕਿਵੇਂ ਇੱਕ ਦੂਜੇ ਨਾਲ ਪਿਆਰ, ਇੱਕ ਦੂਜੇ ਨਾਲ ਭਾਈਚਾਰਕ ਸਾਂਝ ਨਾਲ ਸਾਡੇ ਬੰਦੇ ਰਹੇ ਆ ਉੱਥੇ, ਹੈ ਨਾ। ਇੱਕ ਐਗਜ਼ਾਮਪਲ ਹੀ ਸੈੱਟ ਕਰਤੀ। ਪੰਜਾਬ ਹਰਿਆਣੇ ਦਾ ਕਿਵੇਂ ਪਿਆਰ ਉੱਥੇ ਆਪਦੇ ਆਪ ਉਹ ਪੈਦਾ ਹੋ ਗਿਆ। ਸਾਨੂੰ ਇਹਨਾਂ ਦੋਨਾਂ ਸੂਬਿਆਂ ਨੂੰ ਵੀ ਵੰਡਿਆ ਪਿਆ ਸੀ। ਸੋ ਬੜੇ ਤਰ੍ਹਾਂ ਦੇ ਅਸੀਂ ਜਿਹੜੇ ਬੈਰੀਕੇਡ, ਇਹ ਨਹੀਂ ਵੀ ਇਕੱਲੇ ਇਹਨਾਂ ਦੇ ਲਾਏ ਹੋਏ ਬੈਰੀਕੇਡ ਤੋੜੇ ਆ, ਅਸੀਂ ਹੋਰ ਬੜੇ ਬੈਰੀਕੇਡ ਤੋੜੇ ਆ ਜਿਹੜੇ ਸਮੇਂ ਤੋਂ ਸਰਕਾਰਾਂ ਸਾਡੇ ਮਾਨਸਿਕਤਾ 'ਚ ਘੜ ਦਿੰਦੀਆਂ ਸੀ। ਸੋ ਮੈਨੂੰ ਐਂ ਲੱਗਦਾ ਵੀ ਜੇ ਅੱਜ ਵੀ ਅਸੀਂ ਜੇ ਖੜ੍ਹੇ ਆ, ਇਹ ਸਾਰੇ ਜਾਗਦੀਆਂ ਜ਼ਮੀਰਾਂ ਵਾਲੇ ਬੰਦੇ ਇੱਥੇ ਖੜ੍ਹੇ ਆ। ਜਦੋਂ ਕਿਤੇ ਸੰਘਰਸ਼ ਉੱਠਣਗੇ, ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਾਥ ਦੇਣਾ। ਇਹ ਧਰਤੀ ਹੋਈ ਇਹੀ ਆ। ਇੱਥੇ ਸਾਡੇ ਰਹਿਬਰਾਂ ਨੇ ਚਿਣਗੀ ਇਹ ਲਾਈ ਆ ਸਾਡੇ ਅੰਦਰ। ਸੋ ਸੱਚ ਤੇ ਝੂਠ ਦੀ ਲੜਾਈ ਆ ਇਹ। ਇੱਥੇ ਵਾਕਈ ਧਰਮ ਨੂੰ ਵਾਪਸ ਆਪਾਂ ਉਹ ਜਿਹੜਾ ਕਹਿੰਦੇ ਹੁੰਦੇ ਆ ਨਾ, ਸਥਾਪਿਤ ਕਰਨਾ। ਸੋ ਜਦੋਂ ਧਰਮ ਯੁੱਧ ਚੱਲ ਪਿਆ ਹੋਵੇ ਉਸ ਸਰਕਾਰ ਨਾਲ ਜੋ ਸਿਰਫ ਆਧਾਰਨ 'ਤੇ ਖੜ੍ਹੀ ਆ, ਉਹ ਨਾਟਕ ਹੀ ਕਰਦੇ ਆ ਸਭ ਕੁਛ। ਫਿਰ ਉਹ ਅਸੂਲਨ ਹੋਣ ਦਾ ਨਾਟਕ ਕਰਦੇ ਆ। ਉਹਨਾਂ ਦੇ ਕੋਲੇ ਕੁਛ ਵੀ ਨਹੀਂ ਆ, ਕੋਈ ਅਸੂਲ ਨਹੀਂ ਆ। ਉਹ ਕਿਸੇ ਹੱਦ ਤੱਕ ਵੀ ਜਾ ਕੇ ਸਾਨੂੰ ਦਬਾ ਸਕਦੇ ਆ, ਸਾਡੇ ਹੱਕਾਂ ਨੂੰ ਉਹ ਸਾਡੇ ਤੋਂ ਖੋਹ ਸਕਦੇ ਆ। ਖੋਈ ਗਏ 70 ਸਾਲ ਹੋ ਗਏ, ਹੱਕ ਹੀ ਖੋਈ ਜਾਂਦੇ ਆ। ਜਿਹੜੀ ਮਰਜ਼ੀ ਕਾਂਗਰਸ ਆ ਜੇ, ਬੀਜੇਪੀ ਆ ਜੇ, ਫਰਕ ਕੋਈ ਨਹੀਂ ਆ। ਉਹ ਕਾਂਗਰਸ ਰਾਤ ਨੂੰ ਕੰਮ ਕਰਦੀ ਸੀ, ਇਹ ਦਿਨ ਦੇ ਚਾਨਣ 'ਚ ਹੀ ਲੱਗ ਪਏ। ਸਰ, ਕਿਸਾਨੀ ਅੰਦੋਲਨ ਦੇ ਜਿਹੜੇ ਲੀਡਰ ਨੇ, ਜਿਸ ਤਰ੍ਹਾਂ ਸਿੱਧੂ ਮਾਨਸਾ ਜੀ ਨੇ ਬਿਆਨ ਦਿੱਤਾ
ਤੇ ਧਾਰਮਿਕ ਬਿਆਨ ਦਿੱਤਾ, ਉਸ ਤੋਂ ਬਾਅਦ ਇਸ਼ੂ ਖੜੇ ਹੁੰਦੇ ਨੇ। ਕਿਸ ਤਰ੍ਹਾਂ ਦੇਖਦੇ ਹੋ ਵੀ ਅੰਦੋਲਨ ਤੋਂ ਹਟ ਕੇ ਨਹੀਂ ਚੱਲ ਪੈਂਦਾ ਜੀ? ਨਹੀਂ ਬਾਈ ਜੀ, ਤੁਸੀਂ ਇੱਕ ਗੱਲ ਸਮਝੋ, ਧਰਮ ਨੂੰ ਤੁਸੀਂ ਕੀ ਸਮਝਦੇ ਆ? ਧਰਮ ਤੋਂ ਬਿਨਾਂ ਰਾਜਨੀਤੀ ਚੱਲ ਸਕਦੀ ਹੈ, ਸਪੈਸ਼ਲੀ ਪੰਜਾਬ 'ਚ ਚੱਲ ਸਕਦੀ ਹੈ ਜਾਂ ਕਿਤੇ ਵੀ? ਧਰਮ ਤਾਂ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦਾ, ਸਾਨੂੰ ਕੁਛ ਇੱਕ ਆਤਮਿਕ ਸਾਡੇ ਅੰਦਰ ਕੋਈ ਗੱਲ ਜਗਾਉਂਦਾ ਜਿਹਦੇ ਨਾਲ ਅਸੀਂ ਇੱਕ ਇਨਸਾਨ, ਇੱਕ ਨਾ ਸੋਸ਼ਲ ਐਨੀਮਲ ਕਹਿੰਦੇ ਆ ਬੰਦੇ ਨੂੰ, ਸੋਸ਼ਲ ਐਨੀਮਲ ਮਤਲਬ ਉਹ ਹੈ ਜਾਨਵਰ ਹੀ। ਜਦੋਂ ਤੱਕ ਤੁਹਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਆਤਮਿਕ ਸੋਮਾ ਨਹੀਂ ਹੋਊਗਾ, ਚਾਹੇ ਤੁਸੀਂ ਗੁਰਦੁਆਰਾ ਸਾਹਿਬ ਤੋਂ ਲੈ ਲਓ, ਚਾਹੇ ਕਿਸੇ ਮੰਦਿਰ ਤੋਂ ਲੈ ਲਓ, ਚਾਹੇ ਕਿਤੇ ਮਸੀਤ ਤੋਂ ਲੈ ਲਓ, ਹੈ ਨਾ, ਚਾਹੇ ਕਿਸੇ ਚਰਚ 'ਚੋਂ ਲੈ ਲਓ। ਸੋ ਜਦੋਂ ਤੱਕ ਕੋਈ ਆਤਮਿਕ ਗਿਆਨ ਆਪਦੇ ਅੰਦਰ ਨਹੀਂ ਪੈਦਾ ਕਰੋਗੇ, ਉਦੋਂ ਤੱਕ ਤੁਸੀਂ ਇਨਸਾਨ ਨਹੀਂ ਬਣ ਸਕਦੇ। ਕਾਨੂੰਨ ਥੋੜ੍ਹੀ ਤੁਹਾਨੂੰ ਇਨਸਾਨ ਬਣਾ ਦੇਣਗੇ ਵੀ ਜਿੰਨੇ ਮਰਜ਼ੀ ਨਿਯਮ ਅਤੇ ਕਾਨੂੰਨ ਘੜ ਲਓ। ਸੋ ਧਰਮ ਤਾਂ ਇੱਕ ਬਹੁਤ ਸਾਨੂੰ ਸੋਸ਼ਲ ਐਨੀਮਲ ਤੋਂ ਇੱਕ ਪ੍ਰੋਸੈਸ ਆ ਇਨਸਾਨ ਬਣਾਉਣ ਦਾ, ਹਿਊਮਨ ਬੀਇੰਗ ਬਣਾਉਣ ਦਾ, ਹੈ ਨਾ। ਸੋ ਅਸੀਂ ਧਰਮ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਪੇਸ਼ ਕਰਨਾ ਸ਼ੁਰੂ ਕਰਤਾ ਨਾ ਵੀ ਧਰਮ ਸਾਨੂੰ ਵੰਡ ਦਿੰਦਾ, ਕੋਈ ਧਰਮ ਸਾਨੂੰ ਵੰਡਦਾ ਨਹੀਂ। ਤੁਸੀਂ ਜੇ ਇਹ ਰਾਹ ਹੀ ਕੁਛ ਵੱਖਰਾ, ਤਾਂ ਇਹਦੇ ਬਾਰੇ ਆਪਾਂ ਗੱਲ ਵਿਸਥਾਰ 'ਚ ਕਿਤੇ ਹੋਰ ਕਰਾਂਗੇ। ਪਰ ਜਦੋਂ ਸਰਦਾਰ ਰੋਲਦੂ ਸਿੰਘ ਨੇ ਬਿਆਨ ਜਿਹੜਾ ਦਿੱਤਾ, ਉਹ ਹੁਣ ਜਦੋਂ ਤੁਹਾਡੀ ਮਾਨਸਿਕਤਾ ਗੁਲਾਮ ਹੋ ਜੇ, ਜਦੋਂ ਤੁਹਾਡੀ ਮਾਨਸਿਕਤਾ ਰੋਗੀ ਹੋ ਜੇ, ਤੇ ਤੁਸੀਂ ਲਹਿਰਾਂ ਨੂੰ ਡਿਫਾਈਨ ਕਿਵੇਂ ਕਰਨ ਲੱਗ ਜਾਓ ਵੀ ਲਹਿਰਾਂ ਇਹ ਵਿਆਹ ਥੋੜ੍ਹੀ ਰੱਖੇ ਆ ਤੁਸੀਂ ਕਿਸੇ ਦੇ, ਵੀ ਇੱਥੋਂ ਤੁਸੀਂ ਜਾਂ ਕੋਈ ਵਪਾਰ ਕਰਨ ਗਏ ਹੋ ਵੀ ਰੋਟੀ ਪਾਣੀ ਦਾ ਧੰਦਾ। ਲਹਿਰਾਂ 'ਚ ਕੀ ਹੁੰਦਾ? ਤੁਸੀਂ ਸੰਘਰਸ਼ ਕਰ ਰਹੇ ਹੋ, ਸੰਘਰਸ਼ ਤੁਸੀਂ ਐਸਟੈਬਲਿਸ਼ ਧਿਰ ਦੇ ਖਿਲਾਫ ਕਰ ਰਹੇ ਹੋ, ਜਿਹੜੀ ਸਰਕਾਰ ਆ ਉਸ ਵੇਲੇ ਦੀ ਉਹਨਾਂ ਦੇ ਖਿਲਾਫ ਕਰ ਰਹੇ ਹੋ, ਆਪਦੇ ਹੱਕ ਮੰਗ ਰਹੇ ਹੋ। ਸੋ ਉੱਥੇ ਤਾਂ ਬੜਾ ਕੁਛ ਦਾ ਲਾਉਣਾ ਪੈਂਦਾ, ਬੜਾ ਕੁਛ ਦਾਅ 'ਤੇ ਵੀ ਹੁੰਦਾ, ਉਹ ਲੱਗ ਜਾਂਦਾ। ਸੋ ਇਹ ਤਾਂ ਸਾਡੇ ਕੋਲ ਇਤਿਹਾਸ ਪਿਆ ਨਾ। ਅੱਜ ਜਿਹੜੇ ਬੰਦੇ ਬੋਲਦੇ ਆ ਵੀ ਵੇਖੋ ਆਪ ਖੜੇ ਹੋ, ਪਹਿਲਾਂ ਆਪ ਖੜੇ ਸੀ ਨਾ, ਅਸੀਂ ਹੁਣ ਵੀ ਤਾਂ ਖੜੇ ਆ ਨਾ। ਸਾਡਾ ਕੀ ਪਤਾ ਕਿੱਥੇ ਕੀ ਵਾਪਰ ਜੇ। ਸੋ ਲਹਿਰਾਂ ਨੂੰ ਡਿਫਾਈਨ ਕਰਨਾ ਨਹੀਂ ਸਾਨੂੰ ਆਉਂਦਾ, ਅਸੀਂ ਬੰਦਿਆਂ ਦੇ ਨਾਲ ਲਾ ਕੇ ਲਹਿਰਾਂ ਨੂੰ ਡਿਫਾਈਨ ਜਾਂ ਲਹਿਰਾਂ ਨੂੰ ਪ੍ਰਭਾਸ਼ਿਤ ਕਰਨ ਲੱਗ ਜਾਂਦੇ ਆ। ਅੱਜ ਕਿਸਾਨ ਸਰ ਕਿਸੇ ਵੀ ਪਲੇਟਫਾਰਮ ਤੇ ਹਰ ਇੱਕ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰਨ ਲੱਗ ਗਏ। ਹਾਂਜੀ, ਕੋਈ ਵੀ ਪਾਰਟੀ ਹੋਵੇ, ਚਾਹੇ ਇਲੈਕਸ਼ਨ ਨੂੰ 6 ਮਹੀਨੇ ਰਹਿ ਗਏ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਉਹ ਵਾਜਬ ਆ। ਤੁਸੀਂ ਇਹ ਦੇਖੋ, ਅੱਜ ਤੱਕ ਕਿਸਾਨਾਂ ਨੂੰ ਕਿਸੇ ਪਾਰਟੀ ਨੇ, ਕਿਸੇ ਪੋਲੀਟੀਕਲ ਪਾਰਟੀ ਨੇ, ਕੋਈ ਸੈਂਟਰ ਦੀ ਹੋਵੇ ਜਾਂ ਕੋਈ ਸਾਡੀ ਸਟੇਟ ਦੀ ਹੋਵੇ, ਕਿਉਂਕਿ ਸਟੇਟ ਵੀ ਸੈਂਟਰ ਨਾਲ ਮਿਲ ਕੇ ਚੱਲਣ ਲੱਗ ਗਏ ਇਹ ਪਾਰਟੀਆਂ, ਹੈ ਨਾ, ਇਹਨਾਂ ਨੇ ਕੁਛ ਦਿੱਤਾ। ਪੰਜਾਬ ਛੱਡ ਦਿਓ, ਮੈਂ ਕਹਿੰਦਾ ਹਰਿਆਣਾ, ਕਿਸੇ ਕਿਸਾਨ ਨੂੰ ਕਿਤੇ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਚੱਕ ਲਓ, ਉਹੀ ਖੁਦਕੁਸ਼ੀਆਂ ਤੇ ਕਰਜ਼ੇ ਪਏ ਹੋਣਗੇ, ਉਹੀ ਘਰ ਦੀਆਂ ਟੈਨਸ਼ਨਾਂ ਪਈਆਂ ਹੋਣਗੀਆਂ ਹਰ ਕਿਸਾਨ ਕੋਲੇ। ਸੋ ਅੱਜ ਅਸੀਂ ਇੱਥੇ ਖੜ੍ਹੇ ਹਾਂ ਵੀ ਕਿਸਾਨ ਤਾਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦਾ, ਅਸੀਂ ਆਪਦੀ ਸੱਭਿਆਚਾਰਕ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ। ਸੋ ਜੇ ਅਸੀਂ ਇਹ ਕਹੀਏ ਵੀ ਇਹਨੂੰ ਕਿਵੇਂ ਦੇਖਦੇ ਹਾਂ, ਜਦੋਂ ਪੋਲੀਟੀਕਲ ਕਲਾਸ ਨੇ ਸਾਨੂੰ ਕੁਝ ਦਿੱਤਾ ਹੀ ਨਾ ਹੋਵੇ, ਸਾਡੇ ਨਾਲ ਖੜੇ ਹੀ ਨਾ ਹੋਣ। ਅੱਜ ਮੋਰਚਿਆਂ 'ਚ ਬੈਠੇ ਆ, ਕੋਈ ਪੋਲੀਟੀਕਲ ਕਲਾਸ ਦਾ ਬੰਦਾ ਆਇਆ ਸਾਡੇ ਕੋਲ ਜਾਂ ਇੱਕ ਅੱਧੇ ਦਿਨ ਕੋਈ ਹਾਜ਼ਰੀ ਲਵਾ ਕੇ ਵੀ ਮੈਂ ਤੁਹਾਡੇ ਮਾੜਾ ਮੋਟਾ ਨਾਲ ਆ ਜੀ, ਉਦੋਂ ਬਾਅਦ ਉਹ ਆਪਦੀਆਂ ਕੋਠੀਆਂ 'ਚ ਬੈਠੇ ਆ ਚੰਡੀਗੜ੍ਹ, ਤੇ ਆ ਬੰਦੇ ਸਾਡੇ ਅੱਜ ਫੇਰ ਇੱਥੇ ਖੜੇ ਆ। ਵਿਰੋਧ ਕਰ ਰਹੇ ਨੇ ਜੀ ਪੋਲੀਟੀਕਲ ਬਾਈ ਜੀ, ਸੰਸਦ 'ਚ ਜਿਹੜਾ ਵਿਰੋਧ ਆ ਉਹ ਆਪਦੀ ਪੋਲੀਟਿਕਸ ਐਡਵਾਂਸ ਕਰਨ ਵਾਲੀ ਗੱਲ ਹੁੰਦੀ ਆ, ਹੈ ਨਾ। ਜਦੋਂ ਵਿਰੋਧ ਕਰਨਾ, ਤੁਹਾਨੂੰ ਪਤਾ ਵੀ ਸੰਸਦ 'ਚ ਤਾਂ ਉਹਨਾਂ ਕੋਲੇ ਮੈਜੋਰਿਟੀ ਆ, ਅਗਲੇ 372 ਕਿੰਨੇ MP ਲਈ ਬੈਠੇ ਆ, ਕੀ ਕਰ ਲਓਗੇ ਤੁਸੀਂ ਉਹਨਾਂ ਦਾ? ਸੋ ਸੰਸਦ 'ਚ ਉਹ ਤਾਂ ਆਪਦੀ ਪੋਲੀਟਿਕਸ ਵੀ ਵੇਖੋ ਜੀ। ਆਹ ਕਾਂਗਰਸ ਨੇ ਵਿਰੋਧ ਕਰਤਾ, ਇੱਧਰੋਂ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ, ਇੱਧਰੋਂ ਅਕਾਲੀਆਂ ਨੇ ਕਰਤਾ। ਇਹ ਤਾਂ ਇਹਨਾਂ ਦਾ ਇਹੀ ਨਾਟਕ ਚੱਲਦਾ ਰਹਿੰਦਾ। ਕੀ ਸੋਲੂਸ਼ਨ ਹੈ? ਸੋਲੂਸ਼ਨ ਕੀ ਹੈ ਪੰਜਾਬ ਦੀ ਰਾਜਨੀਤੀ 'ਚ? ਹਾਂਜੀ ਸਾਹਿਬ ਦਾ ਬਿਆਨ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਿਆਸੀ ਪਾਰਟੀ। ਤੁਹਾਨੂੰ ਇੱਕ ਗੱਲ ਦੱਸਦਾ, ਜੇ ਤੁਸੀਂ ਬਦਲਾਅ ਚਾਹੁੰਦੇ ਹੋ, ਸਾਡਾ ਨਾ ਹਮੇਸ਼ਾ ਇਹ ਗੱਲ 'ਤੇ ਫੋਕਸ ਹੋ ਜਾਂਦਾ ਵੀ ਚੋਣਾਂ ਆ ਰਹੀਆਂ, ਹੁਣ ਚੋਣਾਂ 'ਚ ਜਿੱਤ ਲਓ ਜਾਂ ਖੜੇ ਹੋ ਜਾਓ ਤੇ ਪਾਵਰ ਆ ਜੇ, ਤੇ ਪਾਵਰ 'ਚੋਂ ਅਸੀਂ ਬਦਲਾਅ ਲੈ ਆਵਾਂਗੇ। ਨਹੀਂ, ਉਹ ਇੱਕ ਅੰਸ਼ਕ ਜੀ ਪ੍ਰਾਪਤੀ ਜ਼ਰੂਰ ਹੋ ਜੂਗੀ ਸਾਨੂੰ, ਵੀ ਸਾਨੂੰ ਮਾੜੀ ਮੋਟੀ ਰਿਆਇਤ ਮਿਲਣ ਲੱਗ ਜੂਗੀ ਜੇ ਅਸੀਂ ਆਪਦੇ ਬੰਦੇ ਜਿਤਾ ਦਿੰਦੇ ਹਾਂ, ਤੇ ਉਹ ਕਰਨੀ ਵੀ ਚਾਹੀਦੀ ਆ, ਇਹ ਗੱਲ ਨਹੀਂ। ਪਰ ਜਦੋਂ ਤੱਕ ਪੰਜਾਬ ਦਾ ਸੋਲਿਊਸ਼ਨ, ਤੇ ਤੁਸੀਂ ਕਿਵੇਂ ਦੇਖਦੇ ਹੋ, ਦੋਨੇ ਸਵਾਲ ਇਕੱਠੇ ਕਰ ਲੈਂਦੇ ਆਪਾਂ, ਜਦੋਂ ਤੱਕ ਅਸੀਂ ਪੰਜਾਬ 'ਚ ਸਮਾਜਿਕ ਲਹਿਰ ਨਹੀਂ ਪੈਦਾ ਕਰਦੇ, ਫਿਰ ਰਾਜਸੀ ਲਹਿਰ ਨਹੀਂ ਪੈਦਾ ਕਰਦੇ, ਜਦੋਂ ਤੱਕ ਈਵਨ ਇੱਥੇ ਅਸੀਂ ਇਹ ਕਹਿ ਲਓ ਵੀ ਸਾਡੀ ਇੱਕ ਧਰਮ ਨੂੰ ਲੈ ਕੇ ਧਰਮ ਨਿਰਪੱਖਤਾ ਲਹਿਰ ਨਹੀਂ ਪੈਦਾ ਕਰਦੇ, ਜਿਹਨੂੰ ਜਿਸ ਧਰਮ ਨੂੰ ਅਸੀਂ ਕਿਵੇਂ ਆਪਦੇ ਆਪ 'ਚ ਜਾਂ ਇੱਕ ਰਾਜਨੀਤੀ 'ਚ ਸਮਾਉਣਾ। ਗੁਰੂ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਨਾ ਵੀ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਉਹਦਾ ਮਤਲਬ ਹੀ ਇਹ ਸੀ, ਰਾਜ ਦਾ ਮਤਲਬ ਹੀ ਰਾਜਨੀਤੀ ਸੀ। ਜਦੋਂ ਤੱਕ ਤੁਹਾਡੇ ਕੋਲੇ ਤੁਹਾਡੀ ਰਾਜਨੀਤੀ ਤੁਹਾਡੇ ਹੱਥ 'ਚ ਨਹੀਂ ਆ, ਤੇ ਤੁਸੀਂ ਕਹੋਗੇ ਵੀ ਅਸੀਂ ਸਰਬੱਤ ਦੇ ਭਲੇ ਦੀ ਕੌਮ ਬਣ ਜਾਾਂਗੇ। ਸਰਬੱਤ ਦੇ ਭਲੇ ਕੀ, ਅਸੀਂ ਤਾਂ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਹਾਂ, ਅਸੀਂ ਸਰਬੱਤ ਦਾ ਭਲਾ ਐਂ ਕਿਵੇਂ ਕਰ ਲਾਂਗੇ? ਸੋ ਸਾਨੂੰ ਆਪਦੀ ਰਾਜਨੀਤੀ ਵੀ ਘੜਨੀ ਪਊਗੀ,
ਔਰ ਇੱਕ ਗੱਲ ਪੰਜਾਬ ਦੇ ਲੋਕ ਸੁਣ ਲੈਣ, ਇਹ ਅੱਜ ਸਮਝ ਲੈਣ ਜਾਂ ਇਹ 10 ਸਾਲਾਂ ਨੂੰ ਸਮਝ ਲੈਣ ਜਾਂ ਹੋਰ ਜਿੰਨਾ ਟਾਈਮ ਲੱਗੇ ਸਮਝ ਲੈਣ, ਕੋਈ ਵੀ ਪਾਰਟੀ ਨੈਸ਼ਨਲ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਪੰਜਾਬ ਨੂੰ ਖੇਤਰੀ ਪਾਰਟੀ ਤੇ ਖੇਤਰੀ ਰਾਜਨੀਤੀ ਪੈਦਾ ਕਰਨੀ ਪਊ। ਲੋਕਾਂ ਨੂੰ ਆਪਦੇ ਲੀਡਰ ਪੈਦਾ ਕਰਨੇ ਪੈਣੇ ਆ। ਉਹ ਬੰਦੇ ਗਾਂਹ ਕਰੀਏ। ਉਹਨਾਂ ਬੰਦਿਆਂ ਨੇ ਜਾ ਕੇ ਫਿਰ ਆਪਣੇ ਇੱਥੇ ਵਿਧਾਨ ਸਭਾ, ਉੱਥੇ ਜਾ ਕੇ ਲੋਕ ਸਭਾ, ਇੱਥੇ ਸਾਡੇ ਆਵਾਜ਼ ਬੁਲੰਦ ਕਰਨ ਹੱਕਾਂ ਦੀ। ਤੇ ਜਿਹੜੇ ਸਮਾਜਿਕ ਬੰਦੇ ਆਏ ਆ, ਜਿਹੜੇ ਸਾਡੀ ਇੱਕ ਸਿਵਲ ਸੁਸਾਇਟੀ ਦੇ ਬੰਦੇ ਆ, ਉਹ ਸਾਡੇ ਸੰਘਰਸ਼ ਕਰਨ, ਆਪਦੀ ਇੱਕ ਬਿਰਤਾਂਤ ਰਚਨ। ਕਿਉਂਕਿ ਜਦੋਂ ਹੁਕਮਰਾਨ ਧਿਰ ਦਾ ਕੰਮ ਕੀ ਹੁੰਦਾ, ਉਹ ਆਪਦਾ ਬਿਰਤਾਂਤ ਰਚਦੇ, ਅਸੀਂ ਆਪਦਾ ਬਿਰਤਾਂਤ ਰਚਦੇ ਹਾਂ। ਤੇ ਲੜਾਈ ਅੱਜ ਨੈਰੇਟਿਵ ਦੀ ਆ। ਸੋ ਇਹਨੂੰ ਜਿੱਤਣਾ ਬਹੁਤ ਜ਼ਰੂਰੀ ਆ ਸਾਡੇ ਲਈ। ਅੱਛਾ, ਕਿਵੇਂ ਹੋਊਗਾ ਸਰ, ਇਹਦੀ ਸ਼ੁਰੂਆਤ ਕਿਵੇਂ ਹੋਊਗੀ? ਲੱਖਾ ਸਿਧਾਣਾ ਹੋਵੇ, ਤੁਸੀਂ ਹੋਗੇ ਚੰਗੇ ਸਪੋਰਟਸ ਪਰਸਨ ਵੀ ਹੋ, ਯੂਥ ਨੂੰ ਇਕੱਠਾ ਵੀ ਕਰ ਰਹੇ ਹੋ, ਇਲੈਕਸ਼ਨ ਨੂੰ 6 ਮਹੀਨੇ ਰਹਿ ਗਏ, ਸ਼ੁਰੂਆਤ ਕਦੋਂ ਹੋਊਗੀ? ਭਾਈ ਜੀ ਇੱਕ ਸਵਾਲ ਮੇਰਾ ਵੀ ਹੈ ਜੀ। ਇਸ ਤੋਂ ਪਹਿਲਾਂ ਆਪਣੇ ਪੀਪੀ ਪਾਰਟੀ ਵੀ ਆ ਗਈ, ਜੇ ਕਹਿ ਲਈਏ ਉਸ ਤੋਂ ਬਾਅਦ ਨਵੀਆਂ ਪਾਰਟੀਆਂ ਬਹੁਤ ਵਾਰੀ ਆ ਗਈਆਂ। ਹਾਂਜੀ, ਪਰ ਲੋਕ ਆਏ ਵਾਰ ਠੱਗੇ ਜਾਂਦੇ ਨੇ। ਕਿਵੇਂ ਯਕੀਨ ਕਰਨ ਨਵੇਂ ਬੰਦੇ? ਬਾਈ 2-3 ਗੱਲਾਂ ਮੈਂ ਤੁਹਾਨੂੰ ਦੱਸਦਾ। ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਨਾ ਹਮੇਸ਼ਾ ਕਿਉਂ ਖਤਾ ਖਾਧੀ ਆ, ਅਸੀਂ ਹਮੇਸ਼ਾ ਇੱਕ ਬੰਦੇ ਨੂੰ ਅੱਗੇ ਲਾ ਕੇ ਤੇ ਉਹਦੇ ਮਗਰ ਪਾਰਟੀ ਖੜੇ ਕਰ ਦਿੰਦੇ ਆ। ਉਹ ਬੰਦਾ ਥਿੜਕ ਜਾਂਦਾ। ਜਿਵੇਂ ਬੋਇਲਿੰਗ ਪੁਆਇੰਟ ਹੁੰਦਾ ਨਾ ਵਾਟਰ ਦਾ, ਉਵੇਂ ਉਹ ਬੰਦਿਆਂ ਦਾ ਵੀ ਕਿਤੇ ਨਾ ਕਿਤੇ ਜਾ ਕੇ ਇੱਕ ਪੁਆਇੰਟ ਹੁੰਦਾ ਜਿੱਥੋਂ ਥਿੜਕਣ ਦਾ। ਉਹਨਾਂ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਆ, ਹਰ ਬੰਦੇ ਦੀ, ਮੇਰੀ ਵੀ ਆ, ਤੁਹਾਡੀ ਵੀ ਆ, ਸਾਰਿਆਂ ਦੀ ਹੋਊਗੀ। ਜਦੋਂ ਤੱਕ ਕਲੈਕਟਿਵ ਲੀਡਰਸ਼ਿਪ ਪੈਦਾ ਨਹੀਂ ਕਰਦੇ ਅਸੀਂ, ਔਰ ਲੀਡਰਸ਼ਿਪ ਕਲੈਕਟਿਵ ਹੋਵੇ, ਤੁਹਾਡੀ ਇੱਕ ਕੌਨਸਟੀਟਿਊਸ਼ਨ ਹੋਵੇ ਪਾਰਟੀ ਦੀ ਵੀ ਆਹ ਸਾਡੇ ਸਿਧਾਂਤ ਆ ਪੰਜਾਬ ਨੂੰ ਲੈ ਕੇ ਸਾਡੇ ਸਿਧਾਂਤ ਆ। ਅਸੀਂ ਆਪਦੇ ਪਾਣੀਆਂ ਦੇ ਮਸਲਿਆਂ 'ਤੇ ਲੜਾਂਗੇ, ਅਸੀਂ ਆਪਦੇ ਰਿਸੋਰਸਿਸ ਜਿਹੜੇ ਮੰਨ ਲਓ ਵਾਤਾਵਰਨ 'ਤੇ ਲੜਾਂਗੇ, ਅਸੀਂ ਆਪਦੇ ਜਿਹੜਾ ਪ੍ਰਵਾਸ ਹੋਈ ਜਾਂਦਾ ਉਹਦੇ 'ਤੇ ਲੜਾਂਗੇ, ਅਸੀਂ ਇੱਥੇ ਵੱਧ ਅਧਿਕਾਰਾਂ 'ਤੇ ਲੜਾਂਗੇ। ਜਦੋਂ ਤੱਕ ਤੁਸੀਂ ਇੱਕ ਗੱਲ ਸਮਝੋ, ਤੁਹਾਡੇ ਕੋਲੇ ਤੁਹਾਡੀ ਕਿਸਮਤ ਘੜਨ ਦਾ ਅਧਿਕਾਰ ਹੀ ਨਹੀਂ ਆ। ਸਾਡੇ ਕੋਲੇ ਸਾਡੀ ਪਾਲਿਸੀ ਸਿੱਖਿਆ ਦਾ, ਤੁਸੀਂ ਦੱਸ ਦਿਓ, ਖੇਤੀਬਾੜੀ ਦਾ, ਹੋਰ ਕੋਈ ਲੈ ਲਓ, ਜਿਹੜਾ ਟੂਰਿਜ਼ਮ 'ਚ ਲੈ ਲਓ, ਹੌਸਪਿਟੈਲਿਟੀ 'ਚ ਲੈ ਲਓ, ਹੈਲਥ 'ਚ ਲੈ ਲਓ, ਸਾਡੇ ਕੋਲੇ ਕੋਈ ਅਧਿਕਾਰ ਨਹੀਂ ਹੈ। ਸਾਰੀ ਪਾਵਰ ਸੈਂਟਰ 'ਚ ਬੈਠੀ ਆ। ਸੋ ਹੁਣ ਜਦੋਂ ਤੱਕ ਤੁਹਾਡੇ ਕੋਲੇ ਤੁਹਾਡੀ ਆਪਦੀ ਕਿਸਮਤ ਘੜਨ ਦਾ ਅਧਿਕਾਰ ਹੀ ਨਹੀਂ ਆ ਤੇ ਤੁਸੀਂ ਕਹੋ ਵੀ ਅਸੀਂ ਕੋਈ ਸਿਰਜ ਲਾਂਗੇ। ਸੋ ਤੁਸੀਂ ਪੋਲੀਟੀਕਲ ਸਿਸਟਮ ਦੀ ਸ਼ੁਰੂਆਤ ਕਿਉਂ ਨਹੀਂ ਕਰਦੇ ਸਰ? ਬਾਈ ਜੀ ਗੱਲ ਇਹ ਆ, ਪੋਲੀਟੀਕਲ ਸਿਸਟਮ ਕੱਲਾ ਮੈਂ ਉਹੀ ਦੱਸਿਆ ਨਾ, ਪੰਜਾਬ 'ਚ ਇਸ ਟਾਈਮ ਸਾਨੂੰ ਜ਼ਰੂਰਤ ਆ ਵੀ 2-3 ਜਾਂ 4 ਜਿਹੜੀਆਂ ਇਕੱਠੀਆਂ ਇੱਕ ਵਹਿਣ ਵਗਣ, ਇਕੱਠੀਆਂ, ਜਿਵੇਂ ਆਪਾਂ ਕਹਿੰਦੇ ਆ ਵੀ ਆ ਰਾਜਸੀ ਲਹਿਰ ਚੱਲ ਪਈ, ਆ ਸਮਾਜਿਕ ਲਹਿਰ ਚੱਲ ਪਈ, ਆ ਸਾਡੀ ਧਾਰਮਿਕ ਲਹਿਰ ਚੱਲ ਪਈ, ਹੈ ਨਾ, ਇਹ ਇਕੱਠੀਆਂ ਚੱਲਣ। ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਇੱਥੇ ਜਦੋਂ ਤੁਸੀਂ ਇਹ ਲਹਿਰਾਂ 'ਚ ਭਾਗ ਲੈਣਾ ਨਾ, ਫਿਰ ਤੁਹਾਨੂੰ ਲਹਿਰ ਨੂੰ ਸਮਝਣਾ, ਉਹਨੂੰ ਐਨਾਲਾਈਜ਼ ਕਰਨਾ, ਉੱਥੇ ਕਈ ਵਾਰੀ ਡਾਂਗ ਸੋਟਾ ਵੀ ਖੜਕ ਜਾਂਦਾ, ਉਹਨੂੰ ਵੀ ਸਮਝਣਾ ਪਊਗਾ। ਸਰ ਇੱਕ ਟਾਈਮ ਤੇ ਤੁਸੀਂ ਵੀ ਪੋਲੀਟੀਸ਼ੀਅਨ ਜੁਆਇਨ ਕੀਤਾ ਸੀ? ਨਹੀਂ, ਮੈਂ ਨਹੀਂ ਕੀਤਾ ਜੀ ਕਦੇ। ਸਰ ਲਾ ਦੀ ਸਟੱਡੀ ਤੋਂ ਬਾਅਦ? ਨਹੀਂ, ਮੈਂ ਕਦੇ ਨਹੀਂ ਕੀਤਾ ਜੀ। ਸਰ ਬੀਜੇਪੀ 'ਚ ਨਾਮ ਆ ਰਿਹਾ ਸੀ? ਨਹੀਂ, ਬੀਜੇਪੀ 'ਚ ਨਾਂ ਨਹੀਂ ਆਇਆ ਜੀ। ਉਹਦਾ ਸਨੀ ਬਾਈ ਦੇ ਚੋਣਾਂ ਲੜੀਆਂ ਸੀ ਆ ਕੇ, ਤੇ ਉੱਥੇ ਇਹ ਆ ਵੀ ਬੀਜੇਪੀ ਨਾਲ ਤਾਂ ਹਾਲਾਂਕਿ ਮੇਰੀ ਉੱਥੇ ਆਏ ਸੀ, ਕਿਉਂਕਿ ਇੱਕ ਪਾਸੇ ਸਾਰੀ ਉਹਨਾਂ ਦੀ ਬੀਜੇਪੀ ਖੜਦੀ ਸੀ। ਅੱਜ ਕਮਲ ਸ਼ਰਮਾ ਜੀ ਹੈ ਨਹੀਂ, ਉਹ ਅਕਾਲ ਚਲਾਣਾ ਕਰ ਗਏ ਆ, ਪਰ ਕਮਲ ਸ਼ਰਮਾ ਜੀ ਨਾਲ ਮੇਰੀ ਇੱਥੋਂ ਤੱਕ ਤੂੰ ਮੈਂ ਹੋ ਗਈ ਸੀ ਵੀ ਮੈਂ ਉੱਥੋਂ ਉੱਠ ਕੇ ਲਿਟਰਲੀ ਪੰਜਾਬੀਆਂ ਵਾਂਗੂ ਦਰਵਾਜ਼ੇ ਨੂੰ ਮਤਲਬ ਐ ਪਟਕ ਕੇ ਤੇ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਫਿਰੋਜ਼ਪੁਰ ਤਾਈਂ ਘੜੀਸੂੰਗਾ। ਤੇ ਉਦੋਂ ਬਾਅਦ ਉਹ ਚੋਣਾਂ 'ਚ ਵੀ ਇੱਕ ਪਾਸੇ ਬੀਜੇਪੀ ਖੜ ਗਈ ਸੀ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਆਪਦੇ ਪਠਾਨਕੋਟ, ਉਹ ਦੀਨਾਨਗਰ ਇਲਾਕੇ 'ਚ ਆਪਦੀਆਂ ਚੋਣਾਂ ਲੜ ਲਓ, ਅਸੀਂ ਗੁਰਦਾਸਪੁਰ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ ਇੱਧਰ ਆਪਦੀਆਂ ਚੋਣਾਂ ਲੜਦੇ ਹਾਂ। ਸੋ ਚੋਣਾਂ ਲੜੀਆਂ ਗਈਆਂ ਆਏ ਉਹ ਇਸ ਕਰਕੇ ਕਿਉਂਕਿ ਸਨੀ ਦਿਓਲ ਲਿਟਰਲੀ ਜਾਂ ਦਿਓਲ ਪਰਿਵਾਰ ਉਹ ਮੇਰਾ ਆਪਦਾ ਪਰਿਵਾਰ ਹੀ ਸੀ। ਕਿਸਾਨੀ ਸੰਘਰਸ਼ 'ਚ ਆਉਣ ਕਰਕੇ ਉਹ ਪੋਲੀਟੀਕਲ ਆਈਡੀਓਲੋਜੀ ਉਹਨਾਂ ਦੀ ਕੁਛ ਹੋਰ ਆ, ਮੇਰੀ ਕੁਛ ਹੋਰ ਆ, ਉਹਦੇ 'ਚ ਫਰਕ ਪੈ ਗਿਆ। ਸੋ ਅਸੀਂ ਹੁਣ ਕੋਈ ਉਹ ਰਿਲੇਸ਼ਨਸ਼ਿਪ ਵੀ ਨਹੀਂ ਰਿਹਾ। ਕੀ ਲੈ ਕੇ ਆਏ ਹੋ ਪੰਜਾਬ ਦੀ 6 ਮਹੀਨੇ ਇਲੈਕਸ਼ਨ ਨੂੰ ਰਹਿ ਗਏ ਤਾਂ ਕੌਣ ਸ਼ੁਰੂਆਤ ਕਰੇਗਾ? ਤੁਸੀਂ ਮੂਹਰੇ ਲੱਗੋਗੇ, ਨਾਲ ਜੋੜੋਗੇ, ਇਕੱਠਾ ਕਰੋਗੇ? ਮੈਂ ਉਹੀ ਕਹਿ ਰਿਹਾ, ਤੁਸੀਂ ਇੱਕ ਬੰਦਿਆਂ ਨੂੰ ਬੰਦਿਆਂ ਚਿਹਰਿਆਂ ਨੂੰ, ਇੱਕ ਚਿਹਰੇ ਨੂੰ ਫੜ ਕੇ ਨਾ ਚੱਲੋ। ਜਦੋਂ ਤੱਕ ਅਸੀਂ ਕਲੈਕਟਿਵ ਲੀਡਰਸ਼ਿਪ, ਹੁਣ ਸਾਡਾ ਟੀਚਾ ਕੀ ਆ, ਅਸੀਂ ਪੰਜਾਬ 'ਚੋਂ ਇੱਕ ਕਲੈਕਟਿਵ ਲੀਡਰਸ਼ਿਪ ਕੱਢੀਏ। ਇੱਕ ਬੰਦਾ ਥਿੜਕਦਾ, ਬਾਕੀ ਤਾਂ ਖੜੇ ਆ ਨਾ। ਤਾਂ ਗੱਲ ਇਹ ਆ, ਜਦੋਂ ਤੱਕ ਸਾਡੇ ਕੋਲੇ ਇਹ ਅਸੀਂ ਖਤਾ ਖਾਧੀ ਆ ਹਮੇਸ਼ਾ ਹੀ। ਅੱਜ ਤੁਸੀਂ ਦੇਖੋ, ਅਕਾਲੀ ਦਲ ਜਿਸ ਵੇਲੇ ਕਲੈਕਟਿਵ ਲੀਡਰਸ਼ਿਪ ਸੀਗੀ, ਤੇ ਅਕਾਲੀ ਦਲ ਜਦੋਂ ਕਲੈਕਟਿਵ ਲੀਡਰਸ਼ਿਪ ਤੋਂ ਥਿੜਕਦਾ ਅੱਜ ਕਿੱਥੇ, ਕਿਉਂ ਅਰੋਡ ਹੋਇਆ ਇੰਨਾ। ਕਾਂਗਰਸ ਦੇਖੋ ਕਿੱਥੇ ਆ ਗਈ ਹੈ। ਕਾਂਗਰਸ ਕੋਲੇ ਵੀ ਤੁਸੀਂ ਅੱਜ ਆਪਸ 'ਚ ਲੜਨ ਲੱਗ ਜਾਂਦੇ ਆ ਸਰਦਾਰ ਅਮਰਿੰਦਰ ਸਿੰਘ ਤੋਂ ਬਿਨਾਂ। ਜੇ ਹੁਣ ਦੂਜਾ ਕੋਈ ਚਿਹਰਾ ਲੈ ਕੇ ਆ ਰਿਹਾ, ਆਪਸ 'ਚ ਲੜਨ ਲੱਗ ਜਾਂਦੇ ਆ। ਅੱਜ ਧੜੇ ਉੱਥੇ ਵੀ ਬਣੇ ਖੜੇ ਆ। ਹੁਣ ਇਸੇ ਤਰ੍ਹਾਂ
ਆਪ ਪਿਛਲੇ ਚੋਣਾਂ 'ਚ ਕਿਵੇਂ ਸਾਰਾ ਪੰਜਾਬ ਹੀ ਉੱਲਰ ਪਿਆ ਸੀ ਉਧਰ ਨੂੰ। ਇਸ ਵੇਲੇ ਉਹਨਾਂ ਦੀ ਪੋਜੀਸ਼ਨ ਕੀ ਆ ਸਾਨੂੰ ਪਤਾ, ਕੱਲਾ ਕੇਜਰੀਵਾਲ ਸਾਹਿਬ ਆ, ਹੋਰ ਉਹਨਾਂ ਦਾ ਕੋਲੇ ਕੁਛ ਨਹੀਂ ਆ, ਸਭ ਕੁਝ ਉੱਥੋਂ ਹੀ ਚੱਲਦਾ। ਪੰਜਾਬ ਦੇ ਮਸਲਿਆਂ ਦੀ ਗੱਲ ਪਹਿਲਾਂ ਖਹਿਰਾ ਸਾਹਿਬ ਵੀ ਉਠਾਉਂਦੇ ਸੀ, ਹਾਂਜੀ। ਉਹਦੇ ਫਾਦਰ ਸਾਹਿਬ ਦਾ ਵੀ ਬੈਕਗ੍ਰਾਉਂਡ ਚੰਗਾ ਰਿਹਾ ਸੰਤਾਂ ਨਾਲ ਕਹਿ ਲਈਏ, ਹਾਂਜੀ। ਤੇ ਹੁਣ ਉਹੀ ਚੀਜ਼ਾਂ ਜੇ ਕਹਿ ਲਈਏ ਪੰਜਾਬ ਦੇ ਪਾਣੀਆਂ ਦੇ ਮਸਲੇ ਦੀ, ਪੰਜਾਬ ਦੇ ਮਸਲੇ ਦੀ ਗੱਲ ਤੁਸੀਂ ਕਰਦੇ ਹੋ। ਖਹਿਰਾ ਸਾਹਿਬ ਕਾਂਗਰਸ 'ਚ ਬਾਗੇ ਲੋਕਾਂ ਨੇ ਯਕੀਨ ਕੀਤਾ, ਹੁਣ ਤੁਹਾਡੇ ਤੇ ਕਿਵੇਂ ਯਕੀਨ ਕਰੀਏ? ਨਹੀਂ ਬਾਈ ਜੀ, ਗੱਲ ਇਹ ਆ, ਮੇਰੇ ਤੇ ਯਕੀਨ ਨਾ ਕਰੋ, ਕੱਲ ਨੂੰ ਮੈਂ ਵੀ ਥਿੜਕ ਸਕਦਾ ਕਿਤੇ। ਤੁਸੀਂ ਕਿਸੇ ਇੱਕ ਬੰਦੇ ਤੇ ਯਕੀਨ ਨਾ ਕਰੋ, ਮੈਂ ਉਹੀ ਤਾਂ ਕਹਿ ਰਿਹਾ। ਟੀਮ ਦੀ ਗੱਲ ਇੱਕ ਨਹੀਂ, ਪੰਚ ਪ੍ਰਧਾਨੀ ਤਾਂ ਇਹ ਸਾਡਾ ਸਿਸਟਮ ਹੀ ਇਹ ਆ। ਸਾਡੇ ਕੋਲੇ ਇਸ ਟਾਈਮ ਕੋਈ ਉਹ ਸੰਸਥਾ, ਕੋਈ ਉਹ ਧਿਰ ਪੰਜਾਬ ਦੀ ਹੋਣੀ ਚਾਹੀਦੀ ਆ, ਜਿਹੜੀ ਧਿਰ 'ਚ ਅਸੀਂ ਮੰਨ ਲਓ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰੀਏ। ਉੱਥੇ ਇੱਕ ਪੰਥਕ ਧਿਰ ਹੋਵੇ ਜਿਹੜੀ ਪੰਥ ਦੇ ਮਸਲਿਆਂ ਤੇ, ਪੰਥ ਦੀ ਰਾਜਨੀਤੀ ਤੇ ਬੋਲੇ। ਹੁਣ ਪੰਥ ਦੀ ਰਾਜਨੀਤੀ ਤੇ ਮੈਂ ਤਾਂ ਨਹੀਂ ਬੋਲ ਸਕਦਾ ਨਾ, ਫਿਰ ਸਾਬਤ ਸੂਰਤ ਵੀ ਹੈ ਨਹੀਂ, ਉਹ ਵੀ ਮਹਾਰਾਜ ਦੀ ਬਖਸ਼ ਹੁੰਦੀ ਆ, ਗੁਰੂ ਮਹਾਰਾਜ ਦੀ। ਦੂਜੀ ਗੱਲ, ਸਾਡੇ ਕੋਲੇ ਉਹ ਧਿਰ ਹੋਵੇ ਜਿਹੜੀ ਪੰਜਾਬ ਦੇ ਰਾਜਸੀ ਮਸਲਿਆਂ ਤੇ ਬੋਲੇ। ਸਾਡੇ ਕੋਲੇ ਉਹ ਧਿਰ ਹੋਵੇ ਜਿਹੜੀ ਪੰਜਾਬ ਦੇ ਹੋ ਸਕਦਾ ਇਨਵਾਇਰਮੈਂਟਲ ਮਸਲਿਆਂ ਤੇ ਬੋਲੇ, ਹੈ ਨਾ। ਅਤੇ ਇਹਨਾਂ ਸਾਰਿਆਂ ਬੰਦਿਆਂ ਦਾ ਆਪਸ 'ਚ ਕੋਆਰਡੀਨੇਸ਼ਨ ਹੋਵੇ, ਇੱਕ ਸਿਵਲ ਸੁਸਾਇਟੀ ਹੋਵੇ ਜਿਹਨੂੰ ਆਪਾਂ ਇੰਟੈਲੈਕਚੁਅਲਸ ਕਹਿੰਦੇ ਹਾਂ, ਜਿਹੜੇ ਸਾਡੇ ਵਾਸਤੇ ਸਾਡਾ ਨੈਰੇਟਿਵ ਕ੍ਰੀਏਟ ਕਰਨ ਵੀ ਪੰਜਾਬ ਦੇ ਮਸਲੇ, ਪੰਜਾਬ ਦੇ ਅਸਲ ਜਿਹੜੇ ਪੋਲੀਟੀਕਲ ਇਸ਼ੂਜ਼ ਆ ਉਹ ਹੈ ਕੀ। ਇੱਥੇ ਗਲੀਆਂ ਨਾਲੀਆਂ ਦੀਆਂ 200 ਬਿਜਲੀ ਦੇ ਯੂਨਿਟਾਂ ਦੀ ਰਾਜਨੀਤੀ ਨਹੀਂ ਚੱਲਣੀ, ਉਹ ਇੱਕ ਪੈਰਾਡਾਈਮ ਸ਼ਿਫਟ ਆ ਗਿਆ ਰਾਜਨੀਤੀ 'ਚ ਇੱਥੇ। ਸੋ ਪੰਜਾਬ ਦੇ ਅਸਲ ਮਸਲੇ ਹੈ ਕੀ। ਜਦੋਂ ਤੱਕ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਊ, ਤੇ ਲੋਕਾਂ ਨੂੰ ਇਸ ਗੱਲ ਦੀ ਵੀ ਸਮਝ ਨਹੀਂ ਆਊ ਵੀ ਜਦੋਂ ਤੱਕ ਸਾਡੇ ਅਧਿਕਾਰ ਸਾਡੇ ਕੋਲੇ ਨਹੀਂ ਆਉਣਗੇ, ਤੇ ਉਹ ਅਧਿਕਾਰ ਆਉਣੇ ਜ਼ਰੂਰੀ ਕਿਉਂ ਆ? ਕਿਉਂਕਿ ਅਸੀਂ ਇੱਕ ਯੂਨੀਅਨ ਦਾ ਹਿੱਸਾ ਹਾਂ। ਇਹ ਕੋਈ ਇਹ ਨਹੀਂ ਵੀ ਇਹ ਇੱਕ ਦੇਸ਼ ਸੀ, ਇੱਥੇ ਬੜੀਆਂ ਵੱਖਰੀਆਂ ਵੱਖਰੀਆਂ ਨੈਸ਼ਨੈਲਿਟੀਜ਼ ਨੇ ਮਿਲ ਕੇ ਇੱਕ ਦੇਸ਼ ਬਣਾਇਆ। ਜਦੋਂ ਉਹਨਾਂ ਨੈਸ਼ਨੈਲਿਟੀਆਂ ਕੋਲੇ ਆਪਦੀ ਕਿਸਮਤ ਘੜਨ ਦੇ ਅਧਿਕਾਰ ਹੀ ਨਹੀਂ ਆ, ਤਾਂ ਤੁਸੀਂ ਅੱਜ ਨਹੀਂ ਤਾਂ ਕੱਲ੍ਹ ਤੁਹਾਡੀ ਹੋਂਦ ਨੇ ਤਾਂ ਖਤਮ ਹੋਣਾ ਹੀ ਹੋਣਾ। ਸੋ ਇਸ ਕਰਕੇ ਸਾਡੇ ਲੋਕਾਂ ਕੋਲੇ ਵੀ ਪੋਲੀਟੀਕਲ ਅਵੇਅਰਨੈਸ ਦੀ ਜ਼ਰੂਰਤ ਆ, ਸਾਡੇ ਆਪਦੇ ਕੋਲੇ ਵੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਜ਼ਰੂਰਤ ਆ, ਤੇ ਕਲੈਕਟਿਵ ਲੀਡਰਸ਼ਿਪ ਦੀ ਜ਼ਰੂਰਤ ਆ। ਬਾਈ ਇਹ ਗੱਲਾਂ ਹੋ ਸਕਦਾ ਸੁਣਨ ਨੂੰ ਹਜੇ ਤੁਹਾਨੂੰ ਐਂ ਲੱਗਣ ਵੀ ਇਹ ਕੀ ਗੱਲਾਂ ਹੋ ਰਹੀਆਂ, ਪਰ ਇਹ ਤਾਂ ਆਏ ਬਿਨਾਂ ਤੁਸੀਂ ਕਹਿ ਲਓ ਜੀ ਅਸੀਂ ਕਿਤੇ ਮੈਂ ਤਾਂ ਅੱਜ ਗੱਲ ਕਰ ਰਿਹਾ ਨਾ, ਇਹ ਤੁਸੀਂ ਹੋਰ ਦੇਖ ਲਿਓ 5 ਸਾਲਾਂ ਨੂੰ ਇਹ ਨੈਰੇਟਿਵ ਚੱਲਣਾ। ਭ੍ਰਸ਼ਟ ਹੈ ਉਹ ਸਰਦਾਰ ਸਿੰਘ ਜੌਹਲ ਹੈ। ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਉਹ ਸੀ। ਉਹ ਹੁਣ ਕਿੰਨੀ ਛੇਤੀ ਚੇਂਜ ਹੋ ਗਏ, ਹੁਣ ਕਿਹਦੇ ਸਟੈਂਡ 'ਚ ਖੜਨਗੇ? ਸਭ ਤੋਂ ਪਹਿਲੇ ਸਮਰਥਨ ਉਹਨਾਂ ਨੇ ਕੀਤਾ। ਨਹੀਂ ਜੀ, ਇਹਦੀ ਇੱਕ ਹੋਰ ਗੱਲ ਹੁੰਦੀ ਹੈ, ਜਦੋਂ ਤੱਕ ਨਾ ਇਹ ਵੀ ਕਈ ਵਾਰੀ ਅਸੀਂ ਬਹੁਤ ਛੇਤੀ ਜੱਜਮੈਂਟਸ ਲੈ ਜਾਂਦੇ ਹਾਂ। ਇਹਦੇ ਲਈ ਮੈਨੂੰ ਐਂ ਲੱਗਦਾ ਵੀ ਜੇ ਕੋਈ ਬੰਦਾ ਮੰਨ ਲਓ ਕਿਸੇ ਨੇ ਸਮਰਥਨ ਕੀਤਾ ਵੀ ਹੋਵੇ, ਸਾਨੂੰ ਸੁਹਿਰਦਤਾ ਨਾਲ ਉਹਨਾਂ ਨਾਲ ਵੀ ਬੈਠ ਕੇ ਗੱਲ ਇਹ ਸਮਝਣੀ ਚਾਹੀਦੀ ਹੈ। ਬਾਅਦ ਦੇ ਵਿੱਚ ਉਹਨਾਂ ਨੇ ਅਹਿਸਾਸ ਕਰ ਲਿਆ, ਪਰ ਉਹਨਾਂ ਤੋਂ ਉਮੀਦ ਨਹੀਂ ਸੀ ਜੋ ਇੰਨੇ ਸਮਝਦੇ ਹੋ ਜਿਹੜੀ ਮੁੱਦੇ ਲੈ ਕੇ ਆਊਗੀ ਜਾਂ ਤੁਸੀਂ ਸਮਰਥਨ ਕਰ ਸਕਦੇ ਹੋ? ਚਲੋ ਬਾ ਠੀਕ ਹੈ ਜੀ। ਬਾਈ ਜੀ ਹੁਣ ਆਪਾਂ ਇੱਥੇ ਖਤਮ ਕਰਦੇ ਹਾਂ। ਪੰਜਾਬ ਦਾ